ਪਾਠ ਪਹਿਲਾ। ਨਿਆਂਇਆਂ ਦਾ ਗ੍ਰੰਥ, ਉਸਦਾ 13 ਬਾਬ 2 ਐਤ ਤੋਂ ਲੈ ਕੇ 7 ਐਤ ਤੱਕ ਅਤੇ 24 ਤੋਂ 25 ਐਤ ਤੱਕ। ਉਸ ਸਮੇਂ ਉੱਥੇ ਦਾਨ ਦੇ ਕਬੀਲੇ ਦਾ ਇੱਕ ਆਦਮੀ ਮਨੋ ਨਾਂ ਦਾ ਸੀ, ਜੋ ਸਾਰਾ ਨਾਂ ਦੇ ਨਗਰ ਵਿੱਚ ਰਹਿੰਦਾ ਸੀ। ਉਸ ਦੀ ਪਤਨੀ ਬਾਂਝ ਸੀ। ਉਸ ਦੀ ਪਤਨੀ ਨੂੰ ਪ੍ਰਭੂ ਦੇ ਸਵਰਗਦੂਤ ਨੇ ਦਰਸ਼ਨ ਦੇ ਕੇ ਕਿਹਾ, ਤੂੰ ਅੱਜ ਤੱਕ ਬਾਂਝ ਹੈ ਅਤੇ ਇਸ ਲਈ ਤੇਰੇ ਘਰ ਕੋਈ ਸੰਤਾਨ ਨਹੀਂ ਹੈ, ਪਰ ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਇਸ ਲਈ ਉਸ ਦੇ ਜਨਮ ਤੱਕ ਤੂੰ ਦਾਖਰਸ ਜਾਂ ਸ਼ਰਾਬ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ। ਆਪਣੇ ਪੁੱਤਰ ਦੇ ਜਨਮ ਪਿੱਛੋਂ ਉਸ ਦੇ ਸਿਰ ਉੱਤੋਂ ਉਸਤਰੇ ਦੇ ਨਾਲ ਵਾਲ ਨਾ ਲਾਵੀਂ। ਉਹ ਜਨਮ ਤੋਂ ਹੀ ਪਰਮੇਸ਼ਵਰ ਦਾ ਨਜ਼ੀਰ ਹੋਵੇਗਾ। ਉਹ ਇਸਰਾਏਲੀ ਲੋਕਾਂ ਨੂੰ ਫਲਿਸਤੀ ਲੋਕਾਂ ਤੋਂ ਛੁਟਕਾਰਾ ਦੇਣ ਦਾ ਕੰਮ ਸ਼ੁਰੂ ਕਰੇਗਾ। ਉਸ ਔਰਤ ਨੇ ਆਪਣੇ ਪਤੀ ਨੂੰ ਇਹ ਸਭ ਦੱਸਿਆ। ਉਸਨੇ ਕਿਹਾ, ਪਰਮੇਸ਼ਵਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਜੋ ਦੇਖਣ ਵਿੱਚ ਪਰਮੇਸ਼ਵਰ ਦਾ ਸਵਰਗਦੂਤ ਲੱਗਦਾ ਸੀ ਅਤੇ ਡਰਾਉਣਾ ਸੀ। ਮੈਂ ਉਸ ਨੂੰ ਪੁੱਛਿਆ ਨਹੀਂ ਸੀ ਕਿ ਉਹ ਕਿੱਥੋਂ ਆਇਆ ਹੈ ਅਤੇ ਨਾ ਹੀ ਉਸਨੇ ਮੈਨੂੰ ਦੱਸਿਆ ਕਿ ਉਹ ਕੌਣ ਹੈ, ਪਰ ਉਸਨੇ ਮੈਨੂੰ ਦੱਸਿਆ, ਮੈਂ ਗਰਭਵਤੀ ਹੋਵਾਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵਾਂਗੀ। ਉਸਨੇ ਕਿਹਾ, ਦਾਖਰਸ ਤੇ ਸ਼ਰਾਬ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਚੀਜ਼ ਖਾਵੀਂ, ਕਿਉਂਕਿ ਉਹ ਮੁੰਡਾ ਆਪਣੇ ਜੀਵਨ ਪਰ ਪਰਮੇਸ਼ਵਰ ਦੇ ਸਾਹਮਣੇ ਨਜ਼ੀਰ ਦੇ ਰੂਪ ਵਿੱਚ ਅਰਪਿਤ ਰਹੇਗਾ। ਤਦ ਮਨੋਦ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਹਨਾਂ ਸਮਸੋਨ ਰੱਖਿਆ। ਮੁੰਡਾ ਵੱਡਾ ਹੁੰਦਾ ਗਿਆ ਅਤੇ ਪ੍ਰਭੂ ਨੇ ਉਸ ਨੂੰ ਆਸ਼ੀਸ਼ ਦਿੱਤੀ। ਪ੍ਰਭੂ ਦਾ ਆਤਮਾ ਦਾਨ ਕਬੀਲੇ ਦੇ ਇਲਾਕੇ ਦੇ ਸ਼ਹਿਰਾਂ ਸਾਰਾ ਅਤੇ ਅਸਤੌਲ ਵਿਚਕਾਰ ਉਸ ਨੂੰ ਸ਼ਕਤੀਸ਼ਾਲੀ ਕਰ ਰਿਹਾ ਸੀ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪਾਕ ਅੰਜੀਲ ਸੰਤ ਲੂਕਾ ਦੇ ਅਨੁਸਾਰ ਉਹਦਾ 1 ਬਾਬ 5 ਐਤ ਤੋਂ ਲੈ ਕੇ 25 ਐਤ ਤੱਕ। ਯਹੂਦੀਆ ਦੇ ਰਾਜਾ ਹੈਰੋਦੇਸ ਦੇ ਦਿਨਾਂ ਵਿੱਚ ਅਬੀਆ ਦੇ ਟੋਲੇ ਵਿੱਚ ਜ਼ਕਰੀਆ ਨਾਂ ਦਾ ਇੱਕ ਪ੍ਰੋਹੀ ਸੀ। ਉਸ ਦੀ ਪਤਨੀ ਹਾਰੂਨ ਦੀਆਂ ਧੀਆਂ ਵਿੱਚੋਂ ਸੀ ਅਤੇ ਉਸ ਦਾ ਨਾਂ ਐਲਿਜ਼ਬeth ਸੀ। ਉਹ ਦੋਵੇਂ ਖੁਦਾ ਦੀ ਨਜ਼ਰ ਵਿੱਚ ਧਰਮੀ ਸਨ ਅਤੇ ਪ੍ਰਭੂ ਦੀਆਂ ਸਾਰੀਆਂ ਆਗਿਆਵਾਂ ਅਤੇ ਧਰਮ ਵਿਧੀਆਂ ਦੀ ਪਾਲਣਾ ਕਰਦੇ ਹੋਏ ਨਿਰਦੋਸ਼ ਸਨ। ਪਰ ਉਹਨਾਂ ਦੀ ਸੰਤਾਨ ਨਹੀਂ ਸੀ, ਕਿਉਂਕਿ ਐਲਿਜ਼ਬeth ਬਾਂਝ ਸੀ ਅਤੇ ਉਹ ਦੋਵੇਂ ਬੁੱਢੇ ਹੋ ਗਏ ਸਨ। ਜ਼ਕਰੀਆ ਦਾ ਟੋਲਾ ਆਪਣੀ ਵੰਡ ਦੀ ਵਾਰੀ ਅਨੁਸਾਰ ਖੁਦਾ ਦੇ ਅੱਗੇ ਪ੍ਰੋਹਿਤ ਦਾ ਕੰਮ ਕਰ ਰਿਹਾ ਸੀ। ਇੱਕ ਵਾਰ ਪ੍ਰੋਹਿਤ ਦੀ ਰੀਤ ਅਨੁਸਾਰ ਉਸ ਦੇ ਨਾਂ ਦਾ ਗੁਨਾਹ ਨਿਕਲਿਆ ਅਤੇ ਉਹ ਚੁਣਿਆ ਗਿਆ ਕਿ ਉਹ ਪਵਿੱਤਰ ਕੇਰੀ ਅੰਦਰ ਜਾਵੇ ਅਤੇ ਲੋਬਾਨ ਤੁਖਾਵੇ। ਲੋਬਾਨ ਤੁਖਾਉਂਦੇ ਸਮੇਂ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ। ਉਸ ਸਮੇਂ ਉਸ ਨੂੰ ਲੋਬਾਨ ਦੀ ਵੇਦੀ ਦੇ ਸੱਜੇ ਪਾਸੇ ਖਲੋਤਾ ਪ੍ਰਭੂ ਦਾ ਇੱਕ ਫਰਿਸ਼ਤਾ ਦਿਖਾਈ ਦਿੱਤਾ। ਜ਼ਕਰੀਆ ਉਸ ਨੂੰ ਵੇਖ ਕੇ ਤਬਕ ਗਿਆ ਅਤੇ ਘਬਰਾਉਣ ਲੱਗਾ, ਪਰੰਤੂ ਫਰਿਸ਼ਤੇ ਨੇ ਉਸ ਨੂੰ ਕਿਹਾ, ਜ਼ਕਰੀਆ ਡਰੋ ਨਹੀਂ, ਕਿਉਂਕਿ ਤੁਹਾਡੀ ਪ੍ਰਾਰਥਨਾ ਸੁਣੀ ਗਈ ਹੈ ਅਤੇ ਤੁਹਾਡੀ ਪਤਨੀ ਐਲਿਜ਼ਬeth ਤੁਹਾਡੇ ਲਈ ਇੱਕ ਪੁੱਤਰ ਜਣੇਗੀ ਅਤੇ ਤੁਸੀਂ ਉਸ ਦਾ ਨਾਂ ਯੂਹੰਨਾ ਰੱਖਣਾ। ਤੁਹਾਨੂੰ ਬਹੁਤ ਖੁਸ਼ੀ ਅਤੇ ਆਨੰਦ ਮਿਲੇਗਾ ਅਤੇ ਉਸ ਦੇ ਜਨਮ ਤੇ ਬਹੁਤ ਸਾਰੇ ਖੁਸ਼ੀ ਮਨਾਉਣਗੇ, ਕਿਉਂਕਿ ਉਹ ਪ੍ਰਭੂ ਦੀ ਨਜ਼ਰ ਵਿੱਚ ਮਹਾਨ ਹੋਵੇਗਾ। ਉਹ ਅੰਗੂਰੀ ਮੈਅ ਜਾਂ ਨਸ਼ੇ ਵਾਲੀ ਕੋਈ ਚੀਜ਼ ਨਹੀਂ ਪੀਵੇਗਾ ਅਤੇ ਉਹ ਆਪਣੀ ਮਾਂ ਦੀ ਕੁੱਖ ਵਿੱਚ ਹੀ ਰੂਪਾਕ ਨਾਲ ਭਰ ਜਾਵੇਗਾ। ਉਹ ਇਸਰਾਏਲ ਦੇ ਬਹੁਤ ਸਾਰੇ ਪੁੱਤਰਾਂ ਨੂੰ ਪ੍ਰਭੂ ਆਪਣੇ ਖੁਦਾ ਵੱਲ ਮੋੜ ਲਿਆਵੇਗਾ। ਉਹ ਪ੍ਰਭੂ ਦੇ ਅੱਗੇ ਅੱਗੇ ਏਲੀਆ ਦੀ ਆਤਮਾ ਅਤੇ ਸ਼ਕਤੀ ਨਾਲ ਚੱਲੇਗਾ
ਤਾਂ ਜੋ ਉਹ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਵੱਲ ਮੋੜੇ, ਧਰਮਹੀਣਾਂ ਨੂੰ ਧਰਮੀਆਂ ਦੇ ਗਿਆਨ ਵੱਲ ਮੋੜੇ ਅਤੇ ਪ੍ਰਭੂ ਦੇ ਲਈ ਇੱਕ ਯੋਗ ਕੌਮ ਤਿਆਰ ਕਰੇ। ਜ਼ਕਰੀਆ ਨੇ ਫਰਿਸ਼ਤੇ ਨੂੰ ਕਿਹਾ, ਮੈਂ ਇਹ ਕਿਵੇਂ ਮੰਨਾਂ, ਕਿਉਂਕਿ ਮੈਂ ਆਪ ਬੁੱਢਾ ਹਾਂ ਅਤੇ ਮੇਰੀ ਪਤਨੀ ਦੀ ਉਮਰ ਲੰਘ ਚੁੱਕੀ ਹੈ। ਫਰਿਸ਼ਤੇ ਨੇ ਉਸ ਨੂੰ ਉੱਤਰ ਦਿੱਤਾ, ਮੈਂ ਗਬਰਾਏਲ ਹਾਂ, ਜੋ ਖੁਦਾ ਦੀ ਹਜ਼ੂਰੀ ਵਿੱਚ ਹਾਜ਼ਰ ਰਹਿੰਦਾ ਹਾਂ। ਮੈਨੂੰ ਤੁਹਾਡੇ ਨਾਲ ਗੱਲ ਕਰਨ ਲਈ ਅਤੇ ਤੁਹਾਨੂੰ ਇਹ ਖੁਸ਼ਖਬਰੀ ਸੁਣਾਉਣ ਲਈ ਘੱਲਿਆ ਗਿਆ ਸੀ। ਵੇਖੋ, ਜਿਸ ਦਿਨ ਤੱਕ ਇਹ ਗੱਲਾਂ ਪੂਰੀਆਂ ਨਹੀਂ ਹੁੰਦੀਆਂ, ਉਸ ਦਿਨ ਤੱਕ ਤੇਰੀ ਜ਼ਬਾਨ ਬੰਦ ਰਹੇਗੀ ਅਤੇ ਤੂੰ ਬੋਲ ਨਹੀਂ ਪਾਵੇਂਗਾ, ਕਿਉਂਕਿ ਤੂੰ ਮੇਰੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜੋ ਆਪਣੇ ਸਮੇਂ ਸਿਰ ਪੂਰੀਆਂ ਹੋਣਗੀਆਂ। ਲੋਕ ਜ਼ਕਰੀਆ ਦੀ ਉਡੀਕ ਕਰ ਰਹੇ ਸਨ ਅਤੇ ਹੈਰਾਨ ਹੋ ਰਹੇ ਸਨ ਕਿ ਉਹ ਪਵਿੱਤਰ ਕੇਰੀ ਵਿੱਚ ਇੰਨਾ ਚਿਰ ਕਿਉਂ ਲਾ ਰਿਹਾ ਹੈ। ਜਦੋਂ ਬਾਹਰ ਆਇਆ ਤਾਂ ਉਹਨਾਂ ਨਾਲ ਬੋਲ ਨਾ ਸਕਿਆ ਅਤੇ ਉਹਨਾਂ ਨੇ ਸਮਝ ਲਿਆ ਕਿ ਉਸ ਨੂੰ ਪਵਿੱਤਰ ਕੇਰੀ ਵਿੱਚ ਕੋਈ ਦਰਸ਼ਨ ਮਿਲਿਆ ਹੈ। ਉਹ ਉਹਨਾਂ ਨਾਲ ਇਸ਼ਾਰਿਆਂ ਨਾਲ ਗੱਲਾਂ ਕਰਦਾ ਸੀ ਅਤੇ ਗੂੰਗਾ ਰਿਹਾ। ਜਦੋਂ ਉਸ ਦੀ ਸੇਵਾ ਦੇ ਦਿਨ ਪੂਰੇ ਹੋ ਗਏ, ਉਹ ਆਪਣੇ ਘਰ ਚਲਾ ਗਿਆ। ਇਹਨਾਂ ਦਿਨਾਂ ਦੇ ਬਾਅਦ ਉਸ ਦੀ ਪਤਨੀ ਐਲਿਜ਼ਾਬੈਥ ਗਰਭਵਤੀ ਹੋਈ। 5 ਮਹੀਨੇ ਉਸਨੇ ਆਪਣੇ ਆਪ ਨੂੰ ਲੁਕਾਈ ਰੱਖਿਆ ਅਤੇ ਉਹ ਇੰਜ ਕਹਿੰਦੀ ਸੀ, ਇਹ ਪ੍ਰਭੂ ਨੇ ਮੇਰੇ ਲਈ ਕੀਤਾ ਹੈ। ਉਸਨੇ ਲੋਕਾਂ ਦੇ ਸਾਹਮਣਿਓਂ ਮੇਰੀ ਬਦਨਾਮੀ ਦੂਰ ਕਰਨ ਲਈ ਇਹ ਮਿਹਰ ਕੀਤੀ ਹੈ। ਇਹ ਪ੍ਰਭੂ ਦੀ ਪਾਕ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ।